Good evening, students. Myself, Jatin Bansal. Today we will discuss part 5 of motion and force chapter. ਇਹ ਵਾਲਾ ਚੈਪਟਰ ਬਹੁਤ ਇੰਪੋਰਟੈਂਟ ਹੈ ਆਪਣਾ ETT ਸੈਕਿੰਡ ਐਗਜ਼ਾਮ ਦੇ ਲਈ। ਤੁਹਾਨੂੰ ਪਤਾ ਹੀ ਹੈ ਆਪਣੇ ਪੰਜਾਬ ਦੇ ਵਿੱਚ ਇਸ ਵਾਰ ETT ਦਾ ਸੈਕਿੰਡ ਐਗਜ਼ਾਮ ਹੋ ਰਿਹਾ ਹੈ, ਜਿਸ ਦੇ ਵਿੱਚ ਸਾਇੰਸ ਹੈ ਜਿਹੜੀ 20 ਮਾਰਕਸ ਦੀ ਆਣੀ ਹੈਗੀ ਹੈ ਤੇ ਮੋਸਟ ਆਫ ਸਟੂਡੈਂਟਸ ਆਰਟਸ ਫੀਲਡ ਤੋਂ ਬਿਲੋਂਗ ਹੋਣ ਕਰਕੇ ਉਹਨਾਂ ਨੂੰ ਸਾਇੰਸ ਪ੍ਰੋਪਰ ਵੇ ਨਾਲ ਨਹੀਂ ਆਉਂਦੀ। ਤਾਂ ਜੇਕਰ ਤੁਸੀਂ ਸਾਇੰਸ ਨੂੰ ਮਤਲਬ ਪੂਰਾ ਤਰੀਕੇ ਨਾਲ ਤਿਆਰ ਕਰ ਲਓ ਤਾਂ ਤੁਸੀਂ ਇੱਕ ਅੱਛਾ ਰੈਂਕ ਸਕੋਰ ਕਰ ਸਕਦੇ ਹੋ। ਤਾਂ ਮੈਂ ਬਹੁਤ ਅੱਛੀ ਇਨਫੋਰਮੇਸ਼ਨ ਥਿਊਰੀ ਪਲੱਸ MCQ ਮੈਂ ਤੁਹਾਨੂੰ ਇਸ ਸੀਰੀਜ਼ ਦੇ ਵਿੱਚ ਪ੍ਰੋਵਾਈਡ ਕਰ ਰਿਹਾ ਜਨਰਲ ਸਾਇੰਸ ਦੇ ਵਿੱਚ। ਤਾਂ ਅੱਜ ਜਿਹੜਾ ਮੋਸ਼ਨ ਐਂਡ ਫੋਰਸ ਹੈ ਉਸ ਦੀ ਥਿਊਰੀ ਕੰਪਲੀਟ ਹੋ ਜੂਗੀ ਤੇ ਇਸ ਦੇ ਨਾਲ ਆਪਣੇ MCQ ਸਟਾਰਟ ਹੋ ਜਾਣਗੇ। ਓਕੇ, ਤਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤਾਂ ਚਲੋ ਅੱਜ ਦਾ ਸੈਸ਼ਨ ਆਪਾਂ ਆਪਣਾ ਸਟਾਰਟ ਕਰਦੇ ਹਾਂ। ਹਾਂਜੀ, ਫ੍ਰਿਕਸ਼ਨ। ਤਾਂ ਬੇਸਿਕਲੀ ਫ੍ਰਿਕਸ਼ਨ ਕੀ ਹੈਗੀ ਹੈ, ਧਿਆਨ ਨਾਲ ਡੈਫੀਨੇਸ਼ਨ ਪੜ੍ਹਦੇ ਹਾਂ। ਕਹਿੰਦਾ ਵੈਨ ਆ ਬਾਲ ਓਵਰ ਅ ਸਰਫੇਸ it slows down and comes to rest after traveling for a certain distance. According to Newton's first law, the ball cannot come to rest on its own. ਤੁਹਾਨੂੰ ਪਤਾ ਹੈ ਵੀ ਆ ਇੱਕ ਸਰਫੇਸ ਹੈ, ਮੰਨ ਕੇ ਚੱਲੋ ਇਹਦੇ ਉੱਤੇ ਬੋਲ ਆਪਾਂ ਨੇ ਥਰੋ ਕਰਤੀ ਤਾਂ ਬੋਲ ਮੂਵ ਕਰ ਰਹੀ ਹੈ। ਤਾਂ ਆਪਾਂ ਨੂੰ ਵੀ ਪਤਾ ਆਫਟਰ ਸਮ ਟਾਈਮ ਬੋਲ ਰੁਕ ਜਾਂਦੀ ਹੁੰਦੀ ਹੈ, ਠੀਕ ਹੈ। ਤਾਂ ਆਪਾਂ ਨੂੰ ਹੁਣ ਨਿਊਟਨ ਦਾ ਫਸਟ ਲਾਅ ਆਪਾਂ ਨੇ ਪ੍ਰੀਵੀਅਸ ਪਾਰਟ ਦੇ ਵਿੱਚ ਕੀਤਾ ਸੀਗਾ, ਉਸ ਦੇ ਵਿੱਚ ਕਿਹਾ ਹੋਇਆ ਸੀਗਾ ਵੀ ਕੋਈ ਵੀ ਬੋਡੀ ਜਿਹੜੀ ਰੈਸਟ ਦੇ ਵਿੱਚ ਹੈ ਜਾਂ ਮੋਸ਼ਨ ਦੇ ਵਿੱਚ ਹੈ ਉਦੋਂ ਤੱਕ ਉਹ ਸੇਮ ਆਪਣੀ ਸਟੇਟ ਵਿੱਚ ਰਹੇਗੀ ਜਦੋਂ ਤੱਕ ਐਕਸਟਰਨਲ ਫੋਰਸ ਨਹੀਂ ਲੱਗਦੀ। ਦੇਖੋ ਬੋਲ ਇਕੱਲੀ ਜਾ ਰਹੀ ਹੈ ਬਟ ਹਾਲੇ ਤੱਕ ਤਾਂ ਕੋਈ ਐਕਸਟਰਨਲ ਫੋਰਸ ਆਪਾਂ ਨੇ ਲਗਾਈ ਨਹੀਂ ਹੈਗੀ। ਓਕੇ, ਤਾਂ ਜੇ ਬੋਲ ਰੁਕੀ ਹੈ ਇਸ ਦਾ ਮਤਲਬ ਕੋਈ ਐਕਸਟਰਨਲ ਫੋਰਸ ਲੱਗ ਰਹੀ ਹੈ। ਤਾਂ ਉਹ ਐਕਸਟਰਨਲ ਫੋਰਸ ਕੀ ਹੈਗੀ ਹੈ, ਉਹੀ ਐਕਸਟਰਨਲ ਫੋਰਸ ਫ੍ਰਿਕਸ਼ਨ ਹੈ ਜਿਹੜੀ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਹੈ ਮੂਵਮੈਂਟ ਦੇ ਤੇ ਉਸ ਨੂੰ ਰੋਕ ਰਹੀ ਹੈ ਇੱਕ ਮੋਸ਼ਨ ਨੂੰ, ਠੀਕ ਹੈ ਨਾ। ਤਾਂ ਲਿਖਿਆ ਪਿਆ ਹੈਗਾ thus there should be some force which opposes the motion of the ball over the surface in contact. This force is known as friction. ਤਾਂ ਇਹੀ ਕਿਹਾ ਫ੍ਰਿਕਸ਼ਨ ਰਗੜ ਬਲ ਹੈਗਾ ਜਿਹੜਾ ਬਿਲਕੁਲ ਓਪੋਜ਼ਿਟ ਡਾਇਰੈਕਸ਼ਨ 'ਚ ਲੱਗ ਰਿਹਾ ਤੇ ਉਸ ਨੂੰ ਅਪੋਜ਼ ਕਰ ਰਿਹਾ ਉਸ ਦੇ ਮੋਸ਼ਨ ਨੂੰ, ਬੋਲ ਦੇ ਮੋਸ਼ਨ ਨੂੰ, ਜਿਸ ਕਰਕੇ ਬੋਲ ਹੈ ਜਿਹੜੀ ਆਫਟਰ ਸਮ ਟਾਈਮ ਰੁਕ ਜਾਂਦੀ ਹੁੰਦੀ ਹੈ। ਤਾਂ ਇਸ ਨੂੰ ਆਪਾਂ ਕੀ ਬੋਲਦੇ ਆ, ਫ੍ਰਿਕਸ਼ਨ ਬੋਲਦੇ ਆ। ਪੰਜਾਬੀ ਦੇ ਵਿੱਚ ਇਸ ਨੂੰ ਆਪਾਂ ਰਗੜ ਬਲ ਕਹਿੰਦੇ ਹੁੰਦੇ ਸੀਗੇ। ਓਕੇ, ਦਸ ਜੇ ਬੇਸਿਕਲੀ ਹੈ ਕਿ ਦਸ ਫ੍ਰਿਕਸ਼ਨ ਇਜ਼ ਦੀ ਫੋਰਸ। ਬੇਸਿਕਲੀ ਫ੍ਰਿਕਸ਼ਨ ਕੀ ਇੱਕ ਫੋਰਸ ਹੈ which opposes relative motion of one body over the other body। ਵੀ ਜਿਹੜੀ oppose ਕਰਦੀ ਹੈ ਮੋਸ਼ਨ ਨੂੰ ਜਦੋਂ ਇੱਕ ਬੋਡੀ ਦੂਜੀ ਬੋਡੀ ਉੱਤੇ ਮੂਵ ਕਰ ਰਹੀ ਹੁੰਦੀ ਹੈ। ਫੋਰ ਐਗਜ਼ਾਮਪਲ ਦੇਖੋ ਆ ਇੱਕ ਬੋਡੀ ਸੀਗੀ, ਇਸ ਦੇ ਉੱਤੇ ਇੱਕ ਬੋਡੀ ਮੂਵ ਕਰ ਰਹੀ ਹੈ, ਡਾਇਰੈਕਸ਼ਨ ਫਰੋਮ ਲੈਫਟ ਟੂ ਰਾਈਟ ਹੈ ਮੋਸ਼ਨ ਆਫ ਡਾਇਰੈਕਸ਼ਨ, ਤੇ ਜਿਹੜੀ ਫ੍ਰਿਕਸ਼ਨ ਦੀ ਡਾਇਰੈਕਸ਼ਨ ਹੈਗੀ ਆਪਣੀ ਰਾਈਟ ਟੂ ਲੈਫਟ ਲੱਗ ਰਹੀ ਹੈ। ਤਾਂ ਇਸ ਤਰੀਕੇ ਨਾਲ ਜਿਹੜੀ ਫ੍ਰਿਕਸ਼ਨ ਲੱਗਦੀ ਹੈ ਇਹ ਬਿਲਕੁਲ ਆਪਣੀ ਓਪੋਜ਼ਿਟ ਡਾਇਰੈਕਸ਼ਨ 'ਚ ਲੱਗਦੀ ਹੈਗੀ ਹੈ ਤੇ ਉਸ ਨੂੰ ਰੋਕ ਦਿੰਦੀ ਹੁੰਦੀ ਹੈ ਬੋਲ ਨੂੰ ਜਾਂ ਕੋਈ ਵੀ ਜਿਹੜਾ ਮੋਸ਼ਨ ਦੇ ਵਿੱਚ ਆਬਜੈਕਟ ਹੈਗਾ। ਓਕੇ, ਤਾਂ ਹੁਣ ਆਪਾਂ ਟਾਈਪਸ ਆਫ ਮੋਸ਼ਨ ਦੇਖ ਰਹੇ ਆ, ਫ੍ਰਿਕਸ਼ਨ ਦੇਖ ਰਿਹਾ। ਤਾਂ ਫ੍ਰਿਕਸ਼ਨ ਦੀਆਂ ਟਾਈਪਸ ਕੀ ਨੇ? ਤਾਂ ਸਭ ਤੋਂ ਪਹਿਲਾਂ ਆ ਜਾਂਦੇ ਆ ਸਟੈਟਿਕ ਫ੍ਰਿਕਸ਼ਨ। ਤਾਂ ਸਟੈਟਿਕ ਫ੍ਰਿਕਸ਼ਨ ਕਮਸ ਇਨਟੂ ਪਲੇ whenever the two surfaces are stationary relative to each other। ਮਤਲਬ ਕੀ ਹੈ, ਇੱਕ ਆਹ ਵਾਲਾ ਆਪਣੇ ਕੋਲ ਆਬਜੈਕਟ ਹੈਗਾ, ਫਰਸ਼ ਹੈ ਮਤਲਬ ਮੰਨ ਕੇ ਚੱਲੋ, ਇਸ ਦੇ ਉੱਤੇ ਅਲਮਾਰੀ ਹੈ, ਠੀਕ ਹੈ। ਅਲਮੀਰਾ ਸਟੈਂਡਿੰਗ ਮੋਡ ਤੇ ਖੜੀ ਹੈ ਬਿਲਕੁਲ। ਤਾਂ ਜਿਹੜਾ ਇਸ ਦੇ ਸਰਫੇਸ, ਅਲਮੀਰਾ ਦਾ ਸਰਫੇਸ ਤੇ ਫਰਸ਼ ਦਾ ਸਰਫੇਸ ਦੇ ਵਿਚਕਾਰ ਜਿਹੜੀ ਫੋਰਸ ਲੱਗ ਰਹੀ ਹੈ ਤੇ ਜਿਹੜੀ ਆਪਣੀ ਅਲਮੀਰਾ ਨੂੰ ਬਿਲਕੁਲ ਸਟੈਂਡਿੰਗ ਮੋਡ 'ਤੇ ਰੱਖਿਆ ਹੋਇਆ, ਅਲਮੀਰਾ ਚੱਲ ਨਹੀਂ ਰਹੀ ਹੈਗੀ, ਉਸ ਨੂੰ ਆਪਾਂ ਕੀ ਬੋਲਾਂਗੇ, ਸਟੈਟਿਕ ਫੋਰਸ ਬੋਲਾਂਗੇ। ਕਿਉਂਕਿ ਫਰਸ਼ ਵੀ ਬਿਲਕੁਲ ਸਟੇਸ਼ਨਰੀ ਹੈ ਤੇ ਅਲਮੀਰਾ ਵੀ ਸਟੇਸ਼ਨਰੀ ਹੈ, ਤਾਂ ਉਸ ਸਮੇਂ ਜਿਹੜੀ ਫੋਰਸ ਲੱਗ ਰਹੀ ਹੈ ਉਹ ਸਟੈਟਿਕ ਫ੍ਰਿਕਸ਼ਨ ਹੈ। ਓਕੇ, ਤੇ ਕੀ ਕਹਿ ਰਿਹਾ ਹੈ, ਧਿਆਨ ਨਾਲ ਦੇਖੋ। The magnitude of static friction remains equal to the applied external force। ਜਿਹੜਾ ਆਪਾਂ ਕਹਿੰਦੇ ਜੇ ਕਿੰਨੀ ਸਟੈਟਿਕ ਫ੍ਰਿਕਸ਼ਨ ਹੈਗੀ ਆ ਉਹਦੀ ਵੈਲਿਊ ਕਿੰਨੀ ਕੁ ਹੈਗੀ ਹੈ, ਉਹ ਕਿਹਦੇ ਇਕੁਅਲ ਹੈਗੀ ਹੈ, ਟੂ ਬੀ ਅਪਲਾਈਡ ਐਕਸਟਰਨਲ ਫੋਰਸ, ਜਿੰਨੀ ਆਪਾਂ ਐਕਸਟਰਨਲ ਫੋਰਸ ਅਪਲਾਈ ਕਰ ਰਹੇ ਹਾਂ। ਓਕੇ, ਜਦੋਂ ਤੱਕ ਉਹ ਮੂਵ ਨਹੀਂ ਕਰ ਜਾਂਦੀ ਉਨੀ ਮੰਨ ਕੇ ਚੱਲੋ ਫੋਰਸ ਦੀ ਕੀ ਹੈ, ਸਟੈਟਿਕ ਫ੍ਰਿਕਸ਼ਨ ਹੈਗੀ ਆ। ਓਕੇ,
एंड द डायरैक्शन इज ऑलवेज ओपोजिट टू द डायरैक्शन ऑफ मोशन। जिवें कि तुहानूं पता ही है फ्रिक्शन की जी डायरैक्शन होंदी है ऑलवेज ओपोजिट डायरैक्शन दे विच होंदी है, ठीक है। नैक्सट काइनैटिक फ्रिक्शन और स्लाइडिंग फ्रिक्शन। काइनैटिक फ्रिक्शन और स्लाइडिंग फ्रिक्शन वैन अ बॉडी स्लाइड्स ओवर अ सरफेस, ਜਦੋਂ ਇੱਕ ਸਰਫੇਸ ਦੇ ਉੱਤੇ ਦੂਜੀ ਬॉडी ਸਲਾਈਡ ਕਰਦੀ ਹੈ मतलब मूव ਕਰਦੀ ਹੈ, the friction developed between the sliding body and the surface on which it is sliding is known as sliding friction। मतलब ਮੰਨ ਕੇ ਚੱਲੋ ਆਪਣੇ ਲਵੇ ਇੱਕ ਆਬਜੈਕਟ ਹੈਗਾ ਦਿਸ ਤਰੀਕੇ ਦਾ, ਇਹਦੇ ਉੱਤੇ ਆਪਣਾ ਆਪਣਾ ਕੁਛ ਵੀ ਮੰਨ ਕੇ ਚੱਲੋ ਇੱਕ ਇਸ ਤਰ੍ਹਾਂ ਟੇਬਲ ਆਪਾਂ ਮੂਵ ਕਰ ਰਹੇ ਹਾਂ ਇਸ ਡਾਇਰੈਕਸ਼ਨ ਦੇ ਵਿੱਚ, ਤਾਂ ਜਿਹੜਾ ਟੇਬਲ ਦਾ ਆਹ ਵਾਲਾ ਸਰਫੇਸ ਹੈਗਾ ਤੇ ਫਰਸ਼ ਦਾ ਸਰਫੇਸ ਹੈ ਉਹ ਜਦੋਂ ਮੂਵ ਕਰੀ ਜਾਂਦਾ ਹੁੰਦਾ ਤਾਂ ਇੱਕ ਦੂਜੇ ਉੱਤੇ ਫੋਰਸ ਲਗਾ ਰਹੇ ਨੇ, ਤਾਂ ਦਿਸ ਇਜ਼ ਕਾਲਡ ਐਜ਼ ਸਲਾਈਡਿੰਗ ਫ੍ਰਿਕਸ਼ਨ ਔਰ ਇਹਨੂੰ ਕਾਈਨੈਟਿਕ ਫ੍ਰਿਕਸ਼ਨ ਵੀ ਆਪਾਂ ਕਹਿ ਦਿੰਦੇ ਹੁੰਦੇ ਹਾਂ। ਓਕੇ ਨੈਕਸਟ ਆ ਜਾਂਦਾ ਹੁੰਦਾ ਆਪਣੇ ਕੋਲ ਰੋਲਿੰਗ ਫ੍ਰਿਕਸ਼ਨ ਆ ਜਾਂਦਾ ਹੁੰਦਾ। ਕਹਿੰਦਾ ਇਟ ਇਜ਼ ਦੀ ਫ੍ਰਿਕਸ਼ਨਲ ਫੋਰਸ ਵਿਚ ਕਮਸ ਇਨਟੂ ਪਲੇ ਵੈਨ ਆ ਬੋਡੀ ਰੋਲਸ ਓਵਰ ਟੂ ਦੀ ਅਦਰ। ਜਦੋਂ ਇੱਕ ਬੋਡੀ ਦੂਜੀ ਬੋਡੀ ਤੇ ਰੋਲ ਕਰਦੀ ਹੈ, ਰੋਲ ਮਤਲਬ ਜਿਵੇਂ ਨਾ ਆਪਾਂ ਤੁਸੀਂ ਘਰੇ ਕਈ ਵਾਰ ਦੇਖਿਆ ਹੋਗਾ ਐਗਜ਼ਾਮਪਲ ਨੂੰ, ਇੱਕ ਸਿਲੰਡਰ ਹੈਗਾ, ਸਿਲੰਡਰ ਨੂੰ ਦੇਖੋ ਜੇ ਤੁਸੀਂ ਘੜੀਸ ਕੇ ਲੈ ਕੇ ਜਾਓਗੇ ਇਟ ਇਜ਼ ਵੈਰੀ ਡਿਫਿਕਲਟ, ਤੁਹਾਡੀ ਬਹੁਤ ਜ਼ਿਆਦਾ ਮਤਲਬ ਫੋਰਸ ਲੱਗੂਗੀ ਕਿਉਂਕਿ ਸਟੈਟਿਕ ਫ੍ਰਿਕਸ਼ਨ ਹੈ ਉਹਦਾ ਪੂਰਾ ਮਤਲਬ ਜਿਹੜਾ ਨਿਚਲਾ ਹਿੱਸਾ ਹੈਗਾ ਸਿਲੰਡਰ ਦਾ, ਜੇ ਇਸ ਤਰੀਕੇ ਨਾਲ ਮੰਨ ਕੇ ਇੱਕ ਫਰਸ਼ ਹੈਗਾ ਤੇ ਇਸ ਦੇ ਉੱਤੇ ਐਵੇਂ ਸਿਲੰਡਰ ਰੱਖਿਆ ਹੋਇਆ ਹੈਗਾ ਆਪਣਾ, ਤਾਂ ਪੂਰਾ ਸਰਫੇਸ ਦੇਖੋ ਅਟੈਚ ਪਿਆ ਹੈਗਾ, ਤਾਂ ਦੈਟਸ ਵਾਈ ਮੂਵ ਨਹੀਂ ਹੋ ਰਿਹਾ ਹੈਗਾ ਤੇ ਬਹੁਤ ਡਿਫਿਕਲਟੀ ਨਾਲ ਮੂਵ ਹੋਏਗਾ। ਜੇ ਆਪਾਂ ਸਿਲੰਡਰ ਨੂੰ ਇਸ ਤਰੀਕੇ ਨਾਲ ਰੱਖ ਦਈਏ, ਰੋਲ ਕਰ ਦਈਏ ਆਪਾਂ, ਤਾਂ ਉਹ ਜਦੋਂ ਮੂਵ ਕਰੂਗਾ ਤਾਂ ਰੋਲਿੰਗ ਫ੍ਰਿਕਸ਼ਨ ਬਹੁਤ ਘੱਟ ਸਰਫੇਸ ਹੈ ਜਿਹੜਾ ਫਰਸ਼ ਨਾਲ ਟੱਚ ਕਰੇਗਾ, ਤਾਂ ਇਸ ਦੇ ਨਾਲ ਫ੍ਰਿਕਸ਼ਨ ਬਹੁਤ ਘੱਟ ਲੱਗੇਗੀ ਤੇ ਫੋਰਸ ਘੱਟ ਲੱਗਣ ਕਰਕੇ ਈਜ਼ੀਲੀ ਮੂਵ ਹੋਊਗਾ। ਇਹ ਤੁਹਾਨੇ ਕਈ ਵਾਰ ਐਗਜ਼ਾਮਪਲ ਆਪਣੇ ਘਰ ਦੇ ਵਿੱਚ ਦੇਖੀ ਹੋਏਗੀ ਹੈ ਨਾ। ਤਾਂ ਰੋਲਿੰਗ ਫ੍ਰਿਕਸ਼ਨ ਜਿਹੜੀ ਹੁੰਦੀ ਹੈ ਇਹ ਸਭ ਤੋਂ ਘੱਟ ਹੁੰਦੀ ਹੈ ਮਤਲਬ ਸਲਾਈਡਿੰਗ ਫ੍ਰਿਕਸ਼ਨ ਨਾਲੋਂ ਵੀ ਤੇ ਸਟੈਟਿਕ ਫ੍ਰਿਕਸ਼ਨ ਦੇ ਨਾਲੋਂ ਵੀ। ਓਕੇ ਤਾਂ ਇਟ ਇਜ਼ ਈਜ਼ੀਅਰ ਟੂ ਰੋਲ ਆ ਬੋਡੀ ਓਵਰ ਆ ਸਰਫੇਸ ਦੈਨ ਟੂ ਡਰੈਗ ਇਟ। ਜਿਹੜਾ ਡਰੈਗ ਮੈਂ ਘੜੀਸਣਾ ਹੁੰਦਾ ਹੈ, ਰੋਲ ਕਰਨਾ ਜ਼ਿਆਦਾ ਈਜ਼ੀ ਹੈਗਾ। ਦਸ ਰੋਲਿੰਗ ਫ੍ਰਿਕਸ਼ਨ ਇਜ਼ ਲੈਸ ਦੈਨ ਸਲਾਈਡਿੰਗ ਫ੍ਰਿਕਸ਼ਨ। ਤਾਂ ਰੋਲਿੰਗ ਫ੍ਰਿਕਸ਼ਨ ਹੈ ਜਿਹੜੀ ਸਲਾਈਡਿੰਗ ਫ੍ਰਿਕਸ਼ਨ ਤੋਂ ਘੱਟ ਹੁੰਦੀ ਹੈ। ਸਲਾਈਡਿੰਗ ਫ੍ਰਿਕਸ਼ਨ ਸਟੈਟਿਕ ਤੋਂ ਘੱਟ ਹੁੰਦੀ ਹੈ, ਆਪਣੀ ਜਿਹੜੀ ਰੋਲਿੰਗ ਫ੍ਰਿਕਸ਼ਨ ਹੈ ਇਹ ਸਲਾਈਡਿੰਗ ਤੋਂ ਘੱਟ ਹੁੰਦਾ। ਇਸ ਤਰੀਕੇ ਨਾਲ ਕਹਿ ਸਕਦੇ ਹੋ ਵੀ ਜਿਹੜੀ ਰੋਲਿੰਗ ਫ੍ਰਿਕਸ਼ਨ ਹੈ ਇਹ ਸਭ ਤੋਂ ਘੱਟ ਹੈਗੀ ਹੈ, ਫਿਰ ਆ ਜਾਂਦੇ ਆਪਣੇ ਕੋਲ ਸਲਾਈਡਿੰਗ, ਫਿਰ ਆ ਜਾਂਦੇ ਆਪਣੇ ਕੋਲ ਸਟੈਟਿਕ। ਓਕੇ ਤਾਂ ਇਸ ਤਰੀਕੇ ਦਾ ਰਿਲੇਸ਼ਨ ਵੀ ਐਗਜ਼ਾਮ ਦੇ ਵਿੱਚ ਕਈ ਵਾਰ ਪੁੱਛਿਆ ਹੋਇਆ ਹੈਗਾ। ਓਕੇ ਤਾਂ ਐਡਵਾਂਟੇਜਿਸ ਕੀ ਨੇ ਫ੍ਰਿਕਸ਼ਨ ਦੇ, ਕਹਿੰਦੇ ਐਡਵਾਂਟੇਜਿਸ ਵੀ ਹੈਗੇ ਨੇ ਅਸਲ ਦੇ ਵਿੱਚ। ਤਾਂ ਕੀ ਐਡਵਾਂਟੇਜਿਸ ਨੇ ਆਪਾਂ ਨੂੰ ਫ੍ਰਿਕਸ਼ਨ ਦੀਆਂ, ਕਹਿੰਦਾ ਵਿਦਾਊਟ ਫ੍ਰਿਕਸ਼ਨ ਇਟ ਇਜ਼ ਨੋਟ ਪੋਸੀਬਲ ਫॉर ਅਸ ਟੂ ਵਾਕ ਔਨ ਦੀ ਫਲੋਰ। ਮਤਲਬ ਜੇ ਕਹਿੰਦਾ ਫ੍ਰਿਕਸ਼ਨ ਵਿਦਾਊਟ ਫ੍ਰਿਕਸ਼ਨ, ਜੇ ਫ੍ਰਿਕਸ਼ਨ ਨਾ ਹੋਵੇ ਕਹਿੰਦਾ ਤਾਂ ਆਪਾਂ ਜਿਵੇਂ ਫਰਸ਼ ਤੇ ਚੱਲ ਰਹੇ ਹਾਂ ਇਟ ਇਜ਼ ਵੈਰੀ ਡਿਫਿਕਲਟ, ਕਿਉਂਕਿ ਫਰਸ਼ ਨੇ ਸਲਿੱਪਰੀ ਹੋ ਜਾਣਾ ਸੀਗਾ, ਆਪਾਂ ਨੇ ਮੂਵ ਕਰੀ ਜਾਣਾ ਸੀਗਾ, ਡਿੱਗ ਜਾਣਾ ਸੀ ਮਿੰਟ ਦੇ ਵਿੱਚ। ਓਕੇ ਤਾਂ ਮਤਲਬ ਆਪਾਂ ਜੇ ਫਰਸ਼ ਤੇ ਚੱਲ ਰਹੇ ਹਾਂ ਇਹਦੇ ਵਿੱਚ ਵੀ ਫ੍ਰਿਕਸ਼ਨ ਦਾ ਹੀ ਰੋਲ ਹੈਗਾ। ਓਕੇ ਤਾਂ ਫ੍ਰਿਕਸ਼ਨ ਆਪਾਂ ਨੂੰ ਫਰਸ਼ ਦੇ ਉੱਤੇ ਚੱਲਣ ਦੇ ਲਈ ਬਹੁਤ ਹੈਲਪ ਕਰ ਰਹੀ ਹੈ। ਠੀਕ ਹੈ ਨੈਕਸਟ ਕਹਿ ਰਿਹਾ the friction between the lateral surface of a match box and the head of the match stick enables us to light the match stick। ਤਾਂ ਤੁਹਾਨੂੰ ਪਤਾ ਹੀ ਹੈ ਜਿਹੜੀ ਮਾਚਿਸ ਹੁੰਦੀ ਹੈ ਤਾਂ ਆਪਾਂ ਮੈਚ ਸਟਿਕ ਕੱਢਦੇ ਹੁੰਦੇ ਹਾਂ ਬਾਹਰ, ਤਾਂ ਉਹਦੇ ਜਿਹੜੇ ਸਾਈਡ ਦੇ ਉੱਤੇ ਆਪਾਂ ਮਤਲਬ ਮੈਚ ਸਟਿਕ ਚਲਾਉਂਦੇ ਹਾਂ ਤਾਂ ਇੱਕ ਰਗੜ ਬਲ ਹੀ ਪ੍ਰੋਡਿਊਸ ਹੁੰਦਾ ਉਸ ਟਾਈਮ ਵੀ, ਤਾਂ ਰਗੜ ਦੇ ਨਾਲ ਹੀ ਮੈਚ ਸਟਿਕ ਹੈ ਜਿਹੜੀ ਪੋਸੀਬਲ ਹੁੰਦੀ ਹੈ, ਬਲੋ ਹੋ ਜਾਂਦੀ ਹੈ। ਠੀਕ ਹੈ ਨੈਕਸਟ it is the friction which makes it possible to hold an object in our hand। ਤਾਂ ਆਪਾਂ ਹੈਂਡ ਦੇ ਵਿੱਚ ਕੋਈ ਆਬਜੈਕਟ ਪਕੜਿਆ ਹੋਇਆ ਹੈਗਾ ਉਹ ਫ੍ਰਿਕਸ਼ਨ ਦੇ ਕਰਕੇ ਹੀ ਹੈ। ਜੇ ਫ੍ਰਿਕਸ਼ਨ ਨਾ ਹੋਵੇ ਤਾਂ ਜੋ ਮਰਜ਼ੀ ਤੁਸੀਂ ਹੱਥ ਦੇ ਵਿੱਚ ਕੋਈ ਵੀ ਚੀਜ਼ ਫੜੋਗੇ ਤਾਂ ਉਹਨੇ ਤਿਲਸ ਕੇ ਨੀਚੇ ਡਿੱਗ ਜਾਣਾ ਹੈਗਾ। ਠੀਕ ਹੈ ਨਾ, ਤਾਂ ਇਹ ਵੀ ਐਡਵਾਂਟੇਜ ਹੈ। if it is friction which helps in stopping a moving vehicle when brakes are applied। ਤਾਂ ਜਿਵੇਂ ਤੁਸੀਂ ਵਹੀਕਲ ਚਲਾ ਰਹੇ ਹੋ ਜਾਂ ਕੋਈ ਆਪਣਾ ਸਕੂਟਰ ਜਾਂ ਐਕਟਿਵਾ ਜਾਂ ਆਪਣਾ ਮੋਟਰਸਾਈਕਲ ਜਾਂ ਕਾਰ ਵਗੈਰਾ ਚਲਾ ਰਹੇ ਹੋ ਤਾਂ ਉੱਥੇ ਤੁਸੀਂ ਨੇ ਬ੍ਰੇਕ ਲਗਾਏ, ਤਾਂ ਬ੍ਰੇਕ ਕੀ ਹੈ ਬੇਸਿਕਲੀ ਅਪੋਜ਼ ਕਰਦਾ ਹੈਗਾ ਮੋਸ਼ਨ ਨੂੰ, ਇੱਕ ਤਰ੍ਹਾਂ ਦੇ ਫ੍ਰਿਕਸ਼ਨ ਪ੍ਰੋਡਿਊਸ ਕਰਦਾ। ਠੀਕ ਹੈ ਜੇ ਫ੍ਰਿਕਸ਼ਨ ਪ੍ਰੋਡਿਊਸ ਕੀਤੀ ਹੈ ਤਾਂ ਹੀ ਆਪਣਾ ਵਹੀਕਲ ਰੁਕ ਗਿਆ ਨਾ, ਨਹੀਂ ਇਟ ਇਜ਼ ਵੈਰੀ ਡਿਫਿਕਲਟ, ਉਹ ਮੂਵ ਹੋ ਹੀ ਜਾਂਦਾ ਅੱਗੇ ਤੇ ਬਸ ਵਿੱਚ ਕਿਸੇ ਦੇ ਐਕਸੀਡੈਂਟ ਹੋ ਜਾਂਦਾ ਹੈ ਨਾ। ਤਾਂ ਮਤਲਬ ਦੈਟਸ ਵਾਈ। ਨੈਕਸਟ ਰਾਈਟਿੰਗ ਵਿਦ ਚੌਕ ਔਨ ਬੋਰਡ। ਤਾਂ ਬੋਰਡ ਦੇ ਉੱਤੇ ਜਿਹੜਾ ਆਪਾਂ ਚੌਕ ਦੇ ਨਾਲ ਲਿਖ ਰਹੇ ਤਾਂ ਉਹ ਜਿਹੜੇ ਪਾਰਟੀਕਲ ਹੁੰਦੇ ਨੇ ਉਹ ਬੋਰਡ 'ਤੇ ਲੱਗੇ ਰਹਿ ਜਾਂਦੇ ਹੁੰਦੇ ਨੇ, ਜੇ ਉਹ ਰਗੜ ਬਲ ਨਾ ਹੋਵੇ, ਫ੍ਰਿਕਸ਼ਨ ਨਾ ਹੋਵੇ ਤਾਂ ਆਪਾਂ ਬੋਰਡ ਦੇ ਉੱਤੇ ਲਿਖ ਨਾ ਪਾਈਏ। ਠੀਕ ਹੈ ਤਾਂ ਇਹ ਕੁਝ ਐਡਵਾਂਟੇਜਿਸ ਨੇ ਫ੍ਰਿਕਸ਼ਨ ਦੀਆਂ।
ਹੁਣ ਕੁਝ ਡਿਸਐਡਵਾਂਟੇजेस ਵੀ ਨੇ ਫ੍ਰਿਕਸ਼ਨ ਦੀ, ਉਹ ਦੇਖਦੇ ਹਾਂ ਡਿਸਐਡਵਾਂਟੇजेस ਕੀ ਨੇ। फ्रिक्शन कॉजेज दी वेयर एंड टीयर ऑफ मशीन पार्ट्स। वेयर एंड टीयर मतलब डैमेज करना, मतलब ड्यू टू फ्रिक्शन आप कह दें रगड़ बल करके ਜਿਹੜੇ ਮਸ਼ੀਨਸ ਹੁੰਦੇ ਨੇ ਉਸਦੇ ਪਾਰਟ ਬਾਰ-ਬਾਰ ਰਗੜਨ ਕਰਕੇ ਖਰਾਬ ਹੋ ਜਾਂਦੇ ਨੇ, ਡੈਮੇਜ ਹੋ ਜਾਂਦੇ ਨੇ ਐਂਡ ਦਿਸ ਲੀਡ ਟੂ ਡੈਮੇਜ ਆਫ ਸਰਟਨ ਮਸ਼ੀਨਰੀ। ਤਾਂ ਇਹ ਆਪਣੀ ਕੁਝ ਮਸ਼ੀਨਰੀ ਨੂੰ ਖਰਾਬ ਵੀ ਕਰ ਸਕਦੇ ਹੈਗੇ ਨੇ। ਓਕੇ ਨੈਕਸਟ ਕਹਿ ਰਿਹਾ ਫ੍ਰਿਕਸ਼ਨ ਜਨਰੇਟਸ ਹੀਟ ਐਂਡ ਦਿਸ ਇੰਕਰੀਜ਼ એનર્ਜੀ ਕੰਜ਼ੰਪਸ਼ਨ। ਤਾਂ ਫ੍ਰਿਕਸ਼ਨ ਕਰਕੇ ਤੁਹਾਨੂੰ ਦਾ ਹੀਟ ਪ੍ਰੋਡਿਊਸ ਹੁੰਦੀ ਹੈ ਜਿਸ ਦੇ ਕਰਕੇ એનર્ਜੀ ਦੀ ਕੰਜ਼ੰਪਸ਼ਨ ਕੀ ਹੋਣ ਲੱਗ ਜਾਂਦੀ ਹੈ, ਜ਼ਿਆਦਾ ਹੋਣੀ ਸਟਾਰਟ ਹੋ ਜਾਂਦੀ ਹੈ। ਹੁਣ ਜੇ ਆਪਾਂ ਨੇ ਫ੍ਰਿਕਸ਼ਨ ਨੂੰ ਰਿਡਿਊਸ ਕਰਨਾ ਹੋਵੇ ਉਹਦੇ ਮੈਥਡਸ ਕੀ ਨੇ, ਧਿਆਨ ਨਾਲ ਦੇਖੋ। ਮੈਥਡਸ ਟੂ ਰਿਡਿਊਸ ਫ੍ਰਿਕਸ਼ਨ। ਫ੍ਰਿਕਸ਼ਨ ਕੈਨ ਬੀ ਰਿਡਿਊਸ ਬਾਈ ਯੂਜ਼ਿੰਗ ਲੁਬਰੀਕੈਂਟਸ। ਲੁਬਰੀਕੈਂਟਸ ਕੈਨ ਬੀ ਸੋਲਿਡ, ਲਿਕੁਇਡ ਔਰ ਗੈਸ। ਤਾਂ ਫ੍ਰਿਕਸ਼ਨ ਕਹਿੰਦਾ ਆਪਾਂ ਰਿਡਿਊਸ ਕਰ ਸਕਦੇ ਹਾਂ ਜੇਕਰ ਆਪਾਂ ਲੁਬਰੀਕੈਂਟਸ ਦਾ ਯੂਜ਼ ਕਰੀਏ। ਤਾਂ ਲੁਬਰੀਕੈਂਟਸ ਆਪਣੇ ਸੋਲਿਡ ਵੀ ਹੁੰਦੇ ਨੇ, ਲਿਕੁਇਡ ਵੀ ਹੁੰਦੇ ਨੇ, ਗੈਸ ਵੀ ਹੁੰਦੇ ਨੇ। ਸੋਲਿਡ ਮਤਲਬ ਜਿਹੜਾ ਆਪਣਾ ਬੋਰਿਕ ਪਾਊਡਰ ਹੈਗਾ, ਟੈਲਕਮ ਪਾਊਡਰ ਜਿਹੜਾ ਆਪਣੇ ਘਰਾਂ ਵਿੱਚ ਆਪਾਂ ਯੂਜ਼ ਕਰਦੇ ਹਾਂ, ਟੈਲਕਮ ਪਾਊਡਰ ਹੁੰਦਾ। ਤਾਂ ਉਹ ਜੇ ਕੈਰਮ ਬੋਰਡ ਦੇ ਉੱਤੇ ਆਪਾਂ ਹੈ ਨਾ ਟੈਲਕਮ ਪਾਊਡਰ ਜਾਂ ਆਪਾਂ ਛਿੜਕਾਅ ਕਰ ਦਈਏ ਤਾਂ ਉਸ ਤੋਂ ਬਾਅਦ ਤੁਸੀਂ ਖੇਡੋ ਤਾਂ ਥੋੜ੍ਹਾ ਜਿਹਾ ਮਤਲਬ ਸਮੂਥਲੀ ਜਿਹਾ ਹੋ ਜਾਂਦਾ ਉਹਦਾ ਸਰਫੇਸ, ਕਿਉਂਕਿ ਆਪਣੀ ਫ੍ਰਿਕਸ਼ਨ ਰਿਡਿਊਸ ਹੋ ਜਾਂਦੀ ਹੈ ਨਾ। ਤਾਂ ਲਿਕੁਇਡ ਲੁਬਰੀਕੈਂਟ ਵਿੱਚ ਆਇਲ ਹੁੰਦਾ ਹੈ, ਤਾਂ ਆਇਲ ਬਥੇਰੇ ਤੁਸੀਂ ਲੌਕਸ ਦੇ ਵਿੱਚ ਆਇਲ, ਮਸ਼ੀਨਰੀ ਦੇ ਵਿੱਚ ਆਇਲ ਯੂਜ਼ ਕਰਦੇ ਹੈਗੇ ਆ ਵੀ ਤਾਂ ਜੋ ਫ੍ਰਿਕਸ਼ਨ ਰਿਡਿਊਸ ਹੋ ਜਾਵੇ। ਗੈਸ ਲੁਬਰੀਕੈਂਟ ਏਅਰ ਐਂਡ ਆਕਸੀਜਨ। ਤਾਂ ਇਹ ਸਾਰੇ ਕੀ ਨੇ, ਲੁਬਰੀਕੈਂਟਸ ਤਰ੍ਹਾਂ ਐਕਟ ਕਰਦੇ ਨੇ। ਨੈਕਸਟ ਕਹਿ ਰਿਹਾ ਸਲਾਈਡਿੰਗ ਫ੍ਰਿਕਸ਼ਨ ਕੈਨ ਬੀ ਕਨਵਰਟਡ ਇਨਟੂ ਰੋਲਿੰਗ ਫ੍ਰਿਕਸ਼ਨ। ਜੇਕਰ ਆਪਾਂ ਸਲਾਈਡਿੰਗ ਫ੍ਰਿਕਸ਼ਨ ਨੂੰ ਰੋਲਿੰਗ ਫ੍ਰਿਕਸ਼ਨ ਦੇ ਵਿੱਚ ਕਰ ਦਈਏ ਤਾਂ ਵੀ ਬਹੁਤ ਅੱਛਾ ਮੈਥਡ ਹੈਗਾ ਫ੍ਰਿਕਸ਼ਨ ਨੂੰ ਰਿਡਿਊਸ ਕਰਨ ਦੇ ਲਈ। ਦੇਖੋ ਇੱਕ ਮੰਨ ਕੇ ਚੱਲੋ ਆਪਣਾ ਇੱਕ ਪਹਿਲਾਂ ਇੱਕ ਤੁਸੀਂ ਇੱਕ ਅਲਮੀਰਾ ਹੈਗੀ ਹੈ, ਤੁਸੀਂ ਇੱਧਰੋਂ ਦੀ ਇਹਨੂੰ ਖਿੱਚਣ ਲੱਗ ਗਏ, ਠੀਕ ਹੈ ਨਾ। ਪਹਿਲਾਂ ਤਾਂ ਇਹਨੇ ਮੂਵ ਕਰਨਾ ਸਟਾਰਟ ਹੋਇਆ ਤਾਂ ਸਲਾਈਡ ਬਹੁਤ ਡਿਫੀਕਲਟੀ ਨਾਲ ਮੂਵ ਕਰੇਗਾ, ਤਾਂ ਸਲਾਈਡ ਕਰਨੀ ਸਟਾਰਟ ਕਰਤੀ ਤਾਂ ਬਹੁਤ ਜ਼ਿਆਦਾ ਫੋਰਸ ਲੱਗਦੀ ਹੈ ਤਾਂ ਜਾ ਕੇ ਅਲਮੀਰਾ ਸਲਾਈਡਿੰਗ ਮੋਡ 'ਤੇ ਆਉਂਦੀ ਹੈ। ਹੁਣ ਅੱਜ ਕੱਲ੍ਹ ਤੁਸੀਂ ਦੇਖੋਗੇ ਮੋਸਟ ਆਫ ਜਿਹੜੇ ਅੱਜ ਕੱਲ੍ਹ ਦੇ ਅਲਮੀਰਾਜ਼ ਆ ਰਹੇ ਨੇ ਉਹਦੇ ਨੀਚੇ ਕੀ ਲੱਗੇ ਹੁੰਦੇ ਨੇ, ਟਾਇਰ ਲੱਗੇ ਹੁੰਦੇ ਨੇ ਹੈ ਨਾ, ਥੋੜ੍ਹੇ ਛੋਟੇ ਜਿਹੇ ਇੱਕ ਟਾਇਰ ਜਿਹੇ ਲੱਗੇ ਹੁੰਦੇ ਨੇ। ਤਾਂ ਉਹ ਟਾਇਰ ਦੇ ਨਾਲ ਕਿ ਈਜ਼ੀਲੀ ਅਲਮੀਰਾ ਜਿੰਨਾ ਮਰਜ਼ੀ ਉਹਦੇ 'ਚ ਵਜ਼ਨ ਹੋਵੇ ਤਾਂ ਈਜ਼ੀਲੀ ਤੁਸੀਂ ਥੋੜ੍ਹਾ ਜਿਹਾ ਮਾੜੀ ਫੋਰਸ ਲਾਓ ਤੇ ਉਹਨੇ ਮੂਵ ਹੋ ਜਾਂਦਾ, ਕਿਉਂਕਿ ਉਹਦੇ 'ਚ ਕੀ ਆ ਫ੍ਰਿਕਸ਼ਨ ਫੋਰਸ ਘੱਟ ਜਾਂਦੀ ਹੁੰਦੀ ਆ। ਤਾਂ ਰੋਲਿੰਗ ਫ੍ਰਿਕਸ਼ਨ ਦੇ ਵਿੱਚ ਵੀ ਕਨਵਰਟ ਕਰਨ ਦੇ ਨਾਲ ਆਪਾਂ ਰਿਡਿਊਸ ਕਰ ਸਕਦੇ ਹੈਗੇ ਆ। ਤਾਂ ਬਾਲ ਬੀਅਰਿੰਗਸ ਜਿਹੜੇ ਆਪਾਂ ਯੂਜ਼ ਕਰਦੇ ਹਾਂ ਮਸ਼ੀਨਾਂ ਦੇ ਵਿੱਚ, ਉਹ ਇਹਨਾਂ ਦਾ ਕੰਮ ਹੀ ਇਹੀ ਹੁੰਦਾ ਵੀ ਉਹ ਫ੍ਰਿਕਸ਼ਨ ਨੂੰ ਰਿਡਿਊਸ ਕਰਨ ਦਾ। ਓਕੇ ਨੈਕਸਟ ਹੈਗਾ ਆਪਣਾ ਥਰਡ ਮੈਥਡ ਹੈਗਾ ਆਟੋਮੋਬਾਈਲਸ, ਐਰੋਪਲੇਨਸ ਐਂਡ ਸ਼ਿਪਸ ਆਰ ਸਪੈਸ਼ਲੀ ਡਿਜ਼ਾਈਨ ਟੂ ਰਿਡਿਊਸ ਫ੍ਰਿਕਸ਼ਨ। ਜਿਹੜੇ ਆਪਣੇ ਐਰੋਪਲੇਨਸ ਦਾ ਜੋ ਵੀ ਡਿਜ਼ਾਈਨ ਹੈਗਾ, ਆਪਣੇ ਕਾਰਸ ਦਾ, ਐਰੋਪਲੇਨਸ ਦਾ, ਉਹ ਡਿਜ਼ਾਈਨ ਜਿਹੜਾ ਹੁੰਦਾ ਸਪੈਸ਼ਲੀ ਇਸ ਤਰੀਕੇ ਨਾਲ ਬਣਾਇਆ ਹੁੰਦਾ ਵੀ ਉਹ ਫ੍ਰਿਕਸ਼ਨ ਨੂੰ ਰਿਡਿਊਸ ਕਰ ਸਕਣ। ਓਕੇ ਫਿਸ਼ਿੰਗ ਐਂਡ ਬਰਡਸ ਆਲਸੋ ਹੈਵ ਸਟ੍ਰੀਮਲਾਈਨਡ ਬੋਡੀਜ਼। ਇਹਨਾਂ ਸਟ੍ਰੀਮਲਾਈਨਡ ਬੋਡੀਜ਼ ਕਹਿ ਦਿੰਦੇ ਆਪਾਂ। ਤਾਂ ਸਟ੍ਰੀਮਲਾਈਨਡ ਬੋਡੀਜ਼ ਕਰਕੇ ਹੀ ਉਹ ਈਜ਼ੀਲੀ ਤਰੀਕੇ ਨਾਲ ਸਕਾਈ ਦੇ ਵਿੱਚ, ਆਸਮਾਨ ਦੇ ਵਿੱਚ ਉੜ ਸਕਦੇ ਨੇ ਆਰਾਮ ਦੇ ਨਾਲ, ਠੀਕ ਹੈ। ਤਾਂ ਇਸ ਦੇ ਨਾਲ ਆਪਣੀ ਥਿਊਰੀ ਪੁਆਇੰਟ ਆਪਣੇ ਕੰਪਲੀਟ ਹੋ ਜਾਂਦੇ ਨੇ। ਤਾਂ ਅੱਜ ਆਪਾਂ 20 MCQ ਡਿਸਕਸ ਕਰਾਂਗੇ ਜਿਸ ਦੇ ਨਾਲ ਤੁਹਾਨੂੰ ਆਪਣੇ ਚੈਪਟਰ ਦੀ ਪ੍ਰਿਪਰੇਸ਼ਨ ਦਾ ਪਤਾ ਚੱਲੂਗਾ। ਬਹੁਤ ਹੀ ਅੱਛੇ MCQ ਨੇ। ਜੇ ਕੋਈ ਥਿਊਰੀ ਵਿੱਚ ਪੁਆਇੰਟ ਆਪਣੇ ਲੈਫਟ ਮੈਂ ਕਰੇ ਨੇ ਤਾਂ ਉਹ ਸਾਰੇ MCQ ਫਾਰਮ ਦੇ ਵਿੱਚ ਮੈਂ ਪ੍ਰੋਪਰ ਵੇ ਨਾਲ ਇੱਕ ਇੱਕ ਗੱਲ ਸਮਝਾਈ ਹੋਈ ਹੈਗੀ ਹੈ, ਠੀਕ ਹੈ ਨਾ। ਤਾਂ ਹਰ ਗੱਲ, ਹਰ MCQ ਨੂੰ ਧਿਆਨ ਨਾਲ ਸਮਝੋ ਵੀ ਆਪਣਾ ਕੀ ਆਨਸਰ ਹੋ ਸਕਦਾ ਇਸ ਦਾ, ਤੇ ਉਸ ਦਾ ਮੈਂ ਪ੍ਰੋਪਰ ਆਨਸਰ ਜਾਂ ਥਿਊਰੀ ਸਮਝਾਇਆ ਹੋਇਆ, ਜੇ ਉੱਥੇ ਨਹੀਂ ਸਮਝਾਇਆ ਤਾਂ ਆਪਾਂ ਇਸ ਦੇ ਸਮਝ ਲਾਂਗੇ। ਓਕੇ ਤਾਂ ਮੋਸ਼ਨ ਐਂਡ ਫੋਰਸ ਐਂਡ ਲਾਜ਼ ਆਫ ਮੋਸ਼ਨ ਚੈਪਟਰ ਦੇ MCQ ਨੇ। 200+ MCQ ਦੀ ਸੀਰੀਜ਼ ਹੋਊਗੀ ਇਹ। ਤਾਂ ਪਲੀਜ਼ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਟੂਡੈਂਟਸ, ਵੀ ਆਪਣੇ ਪੰਜਾਬ ਦੇ ਵੱਧ ਤੋਂ ਵੱਧ ਸਟੂਡੈਂਟਸ ਦੀ ਹੈਲਪ ਹੋ ਸਕੇ। ਓਕੇ ਤਾਂ ਲਿਖਦੇ ਆ ਫਸਟ ਕੁਐਸਚਨ, ਵਿਚ ਆਫ ਦੀ ਫੋਲੋਇੰਗ ਇਜ਼ ਅ ਵੈਕਟਰ ਕੁਆਂਟੀਟੀ। ਤਾਂ ਮੈਂ ਤੁਹਾਨੂੰ ਚੈਪਟਰ ਜਦੋਂ ਸਟਾਰਟ ਕੀਤਾ ਸੀਗਾ ਉਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸਕੇਲਰ ਤੇ ਵੈਕਟਰ ਕੁਆਂਟੀਟੀਜ਼ ਬਹੁਤ ਇੰਪੋਰਟੈਂਟ ਨੇ। ਬਹੁਤ ਵਾਰੀ ਤੁਹਾਨੂੰ ਇਸ ਚੈਪਟਰ 'ਚ ਕੁਐਸਚਨ ਮਿਲੂਗਾ ਵਿਚ ਆਫ ਦੀ ਫੋਲੋਇੰਗ ਇਜ਼ ਵੈਕਟਰ ਤੇ ਵਿਚ ਆਫ ਦੀ ਫੋਲੋਇੰਗ ਇਜ਼ ਸਕੇਲਰ। ਤਾਂ ਤੁਹਾਨੂੰ ਮੈਂ ਦੱਸਿਆ ਸਕੇਲਰ ਕੁਆਂਟੀਟੀ 'ਚ ਸਿਰਫ ਔਰ ਸਿਰਫ ਕੀ ਹੁੰਦੀ ਹੈ, ਆਪਣਾ ਮੈਗਨੀਟਿਊਡ ਹੁੰਦਾ ਹੈ, ਜਦ ਕਿ ਮਤਲਬ ਵੈਕਟਰ ਕੁਆਂਟੀਟੀ ਦੇ ਵਿੱਚ ਕੀ ਹੁੰਦਾ ਮੈਗਨੀਟਿਊਡ ਪਲੱਸ ਡਾਇਰੈਕਸ਼ਨ ਵੀ ਹੁੰਦੀ ਹੈ। ਤਾਂ ਮੋਮੈਂਟਮ ਹੋ ਗਿਆ, ਠੀਕ ਹੈ ਨਾ, ਇੰਪਲਸ ਹੋ ਗਿਆ, ਫੋਰਸ ਹੋ ਗਿਆ, ਇਹ ਸਾਰੇ ਕੀ ਹੁੰਦੀਆਂ ਨੇ, ਐਕਸਲਰੇਸ਼ਨ ਹੋ ਗਿਆ, ਇਹ ਸਾਰੇ ਵੈਕਟਰ ਕੁਆਂਟੀਟੀਜ਼ ਨੇ। ਤਾਂ ਆਲ ਆਫ ਦੀ ਇਸ ਦੇ ਉੱਤੇ ਤੁਸੀਂ ਟਿਕ ਲਾ ਦੋਗੇ, ਤਾਂ ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ। ਨੈਕਸਟ, ਵਾਟ ਇਜ਼ ਦੀ SI ਯੂਨਿਟ ਆਫ ਫ੍ਰੀਕੁਐਂਸੀ। ਤਾਂ ਜੇਕਰ ਤੁਸੀਂ ਨੇ 9-10 ਥੋੜ੍ਹੀ ਮੋਟੀ ਸਾਇੰਸ ਪੜ੍ਹੀ ਹੈ ਤਾਂ ਫ੍ਰੀਕੁਐਂਸੀ ਦੀ ਯੂਨਿਟ ਕੀ ਹੈ, ਬਹੁਤ ਵਾਰੀ ਐਗਜ਼ਾਮ 'ਚ ਆਉਂਦਾ ਹੁੰਦਾ ਹੈ। ਤਾਂ ਫ੍ਰੀਕੁਐਂਸੀ ਦੀ ਯੂਨਿਟ ਹੈਗਾ ਬੇਟਾ ਹਰਟਜ਼। ਤਾਂ ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ ਹਰਟਜ਼ ਦੇ ਉੱਤੇ। ਓਕੇ ਨੈਕਸਟ, ਵਿਚ ਆਫ ਦੀ ਫੋਲੋਇੰਗ ਇਜ਼ ਅ ਸਕੇਲਰ ਕੁਆਂਟੀਟੀ। ਤਾਂ ਇਹਨਾਂ 'ਚ ਸਕੇਲਰ ਕੁਆਂਟੀਟੀ ਕਿਹੜੀ ਹੈਗੀ ਹੈ, ਤਾਂ ਬਸ ਯਾਦ ਰੱਖੋ ਫੋਰਸ ਹੋ ਗਿਆ, ਐਕਸਲਰੇਸ਼ਨ ਹੋ ਗਿਆ, ਵੈਲੋਸਿਟੀ ਹੋ ਗਿਆ, ਮੋਮੈਂਟਮ ਹੋ ਗਿਆ, ਇੰਪਲਸ ਹੋ ਗਿਆ, ਇਹ ਸਾਰੇ ਕੀ ਨੇ, ਆਪਣੀਆਂ ਵੈਕਟਰ ਕੁਆਂਟੀਟੀਜ਼ ਨੇ। ਓਕੇ ਤਾਂ ਮੋਮੈਂਟਮ ਆਪਣੀ ਵੈਕਟਰ ਹੈਗੀ ਆ, ਵੈਲੋਸਿਟੀ ਵੈਕਟਰ ਹੈਗੀ ਆ, ਫੋਰਸ
बट जो इलैक्ट्रोस्टैटिक पोटैंशियल हैगा ये अपना स्केलर क्वांटिटी होंदी है, तो डी ऑप्शन के उत्ते तुसीं टिक ला दोगे। मतलब जे तुहानूं इस तरीके नाल पता है भी किहड़ी वैक्टर, कुछ तो 2 दिन तो आपां नूं पता ही हुंदे ने किहड़े वैक्टर ने, तो आपां क्रॉस करके भी आपां चैक कर सकते जे आपां नूं पता ना भी होवे भी किहड़ी इन्हां च स्केलर हो सकती है ना। तो नैक्सट है गया विच ऑफ द फॉलोइंग इज नॉट आ वैक्टर क्वांटिटी, तो इन्हां चों वैक्टर क्वांटिटी किहड़ी नहीं हैगी। तो बहुत बार तुहानूं दस्सिआ वेलोसिटी, टॉर्क, डिसप्लेसमेंट, ये सारे की ने वैक्टर क्वांटिटीज़ ही ने, बट स्पीड इज़ आ स्केलर। ओके, तो याद रखो स्पीड तो जे तुहानूं वेलोसिटी एस फॉर स्पीड, एस फॉर स्केलर, वी फॉर वेलोसिटी, वी फॉर वैक्टर, तो ईजिली तरीके नाल तुसीं याद रख सकते हो। ओके नैक्सट, हाँ जी, 1 बार इज इक्वल टू, बेसिकली बहुत बार एग्जाम च क्वेश्चन आया हुआ भी जी बार हैगी है किस दी यूनिट है। बार अपनी प्रैशर की यूनिट होंदी है, क्वेश्चन भी एग्जाम के बहुत बारी आ चुकिया। तो प्रैशर की यूनिट होंदी है बार, तो एक बार किहदे इक्वल होंदी है 10 की पावर 5 पास्कल। तुसीं ये भी सुनिया होगा भी ऐसे यूनिट अपनी अपनी प्रैशर की पास्कल होंदी है, तो 10 की पावर 5 वैल्यू किहदी होंदी है पास्कल की होंदी है, तो उन्होंने आपां एक बार कह दिंदे हुंदे आ। ओके नैक्सट, हाँ जी, विच ऑफ द फॉलोइंग पेयर ऑफ द फिजिकल क्वांटिटीज हैव सेम डायमेंशनस, तो मतलब फिजिकल क्वांटिटी सेम डायमेंशनल फॉर्मूलाज होंदे ने, तो वो हैगे ने अपने सेम डायमेंशनल फॉर्मूला वर्क एंड एनर्जी का। तो वर्क एंड एनर्जी सी ऑप्शन के उत्ते तुसीं टिक लाओगे, वर्क ते एनर्जी का बिल्कुल डायमेंशनल फॉर्मूला की हुंदा है सेम हुंदा है। ओके नैक्सट, हाँ जी, विच ऑफ द फॉलोइंग हैज़ बोथ काइनैटिक एनर्जी एंड पोटेंशियल एनर्जी। तो काइनैटिक एनर्जी तुहानूं पता ही है, जो आप कोई बॉडी मूव कर रही होंदी है तो उस समय वो काइनैटिक एनर्जी होंदी है। पोटेंशियल एनर्जी जी की होंदी है भी किसी ऑबजैक्ट की उस पोजीशन के विद रिस्पैक्ट जी एनर्जी होंदी है उसनूं आपां पोटेंशियल एनर्जी कह दिंदे आ। पोटेंशियल एनर्जी नूं आपां MGH नाल मेजर करते हुंदे आ। तो एक फ्लाइंग वर्ड जिहड़ा हैगा, तो इस दे विच काइनैटिक एनर्जी एंड पोटेंशियल एनर्जी दोहें प्रेजेंट होंदे ने। देखो फ्लाइंग बर्ड है तो मूव तो कर ही रहा है, तो काइनैटिक एनर्जी तो पक्का ही हो गई इस दे विच। तो पोटेंशियल एनर्जी किवें हैगा, तो देखो मैं एक्सप्लेन किया होया, ध्यान नाल देखो। सिंस द बर्ड इज फ्लाइंग इज मस्ट बी एट दी सम डिस्टेंस फ्रॉम द ग्राउंड, जेकर बर्ड फ्लाई कर रहा है तो मतलब वो कुछ हाइट के उत्ते फ्लाई कर रहा होएगा है ना। तो मतलब जे आ वाला अर्थ का सरफेस है तो पंछी अपना उरे किते होएगा, कुछ ना कुछ हाइट जरूर होएगी है ना फ्रॉम द ग्राउंड। एंड पोटेंशियल एनर्जी इज प्रेजेंट, तो वो करके की होगी पोटेंशियल एनर्जी प्रेजेंट होएगी वैन देयर इज सम हाइट एसोसीएटेड विद दी ऑब्जैक्ट। जो कुछ हाइट एसोसीएट करती है तो उसके पोटेंशियल एनर्जी होंगी है, क्योंकि एज पोटेंशियल एनर्जी इज इक्वल टू MGH। तो M फॉर मास होंगे, बर्ड का मास भी है, G फॉर ग्रैविटी, तो एक्सेलरेशन ड्यू टू ग्रैविटी भी हैगी है, तो H फॉर हाइट ऑब्जैक्ट किहड़ी हाइट ते हैगा, देखो वो भी हैगा अपने कोल। 10 जिहड़ा बर्ड हैज़ अ मास ग्रैविटी विल एक्ट, तो काइनेटिक एनर्जी प्रेजेंट होएगी एज वैल एज अपनी पोटेंशियल एनर्जी भी प्रेजेंट हैगी। बहुत अच्छे अच्छे क्वेश्चन ने डियर, पूरे फुल एक्सप्लेनेशन तुहानूं लिखी हुई हैगी आ, तुसीं आराम नाल पढ़ के तुहानूं समझ आ जाएगी, बहुत ईजी लैंगुएज है सारी, ठीक है ना। तो प्लीज़ अपने नोट्स बनाओ भी तां जो तुसीं अच्छा एग्जाम दे विच आने वाले एग्जामां दे विच परफॉर्म कर सको। ओके नैक्सट, फ्लाइंग जैट पोजैसिज, जिहड़ा अपना फ्लाइंग जैट अपना एरोप्लेन हुंदा है, वो बेसिकली की परफॉर्म करता हैगा, उस दे विच की हुंदा की कुछ प्रेजेंट हुंदा हैगा एक फ्लाइंग जैट पोजैसिव, उस दे विच भी बहुत काइनैटिक एनर्जी ते पोटेंशियल एनर्जी ही प्रेजेंट होंदे ने, क्योंकि वो भी हवा दे विच है, मूव कर रहा है तो काइनैटिक एनर्जी है, एक पोजीशन ते हैगा उसदे करके की हाइट ते प्रेजेंट है, तो उसदे करके उहदे च पोटेंशियल एनर्जी होगी। तो बहुत काइनैटिक एंड पोटेंशियल एनर्जी, तो डी ऑप्शन के उत्ते तुसीं टिक ला दोगे। हाँ जी नैक्सट, विच ऑफ द फॉलोइंग इज नॉट आ वैक्टर क्वांटिटी, तो इन्हां जो वैक्टर क्वांटिटी किहड़ी नहीं हैगी। देखो डिसप्लेसमेंट इज अ वैक्टर क्वांटिटी, एक्सलरेशन इज अ फोर्स इज अ वैक्टर, बट स्पीड इज आ स्केलर क्वांटिटी। तो बी ऑप्शन के उत्ते तुसीं टिक ला दोगे। ओके, तो परफॉर्म करके देखो स्टूडेंट भी तुहानूं किन्ना क मतलब याद हैगा, तो मतलब रिवाइज करके चैप्टर नूं प्रॉपर वे नाल देखिया करो भी तुसीं किन्ना अच्छा परफॉर्म कर रहे हो। ओके नैक्सट, वाउंड वॉच स्प्रिंग हैज़ डैश एनर्जी। एक ना तुसीं ना वॉच कई बार सुनी होगी कि वॉचिज हुंदियां ने ਉਹਦੇ ਵਿੱਚ ਇੱਕ स्प्रिंग लग्या ਹੁੰਦਾ है, तो चाबी जी घुमानी हुंदी है, तो उसदे विच किहड़ी एनर्जी हुंदी है, कल्ली उसदे विच पोटेंशियल एनर्जी हुंदी है। तो पोटेंशियल एनर्जी के करके ही वो वॉच है जिहड़ी मूव करती है। तो सी ऑप्शन पोटेंशियल के उत्ते तुसीं टिक ला दोगे। ओके नैक्सट, हाँ जी, द फिनोमिना ऑफ रेजिंग द आउटर एज ऑफ द कर्वड रोड्स। ਜਦੋਂ ਆਪਾਂ ਨਾ ਰੋਡ ਜਿਵੇਂ ਆ ਸਿੱਧੀ ਜਾ ਰਹੀ ਹੈ, ਰੋਡ ਸਿੱਧੀ ਜਾ ਰਹੀ ਹੈ,
ਤਾਂ ਜਦੋਂ ਕਰਵ ਕਰਨੀ ਹੁੰਦੀ ਹੈ ਰੋਡ ਨੂੰ, ਮੋੜਨਾ ਹੁੰਦਾ ਹੈ, ਤਾਂ ਜਿਹੜਾ ਇਹ ਵਾਲਾ ਆਊਟਰ ਐਜ ਹੈਗਾ ਇਹਨੂੰ ਥੋੜਾ ਜਿਹਾ ਉਚਾਈ ਤੇ ਬਣਾ ਦਿੰਦੇ ਹੋ, ਥੋੜਾ ਜਿਹਾ ਉੱਚਾ ਬਣਾਉਂਦੇ ਨੇ ਇਹਨੂੰ ਪਾਸੇ ਨੂੰ ਨੀਵਾਂ ਬਣਾਉਂਦੇ ਹੁੰਦੇ ਨੇ ਅਬਵ ਦੀ ਇਨਰ ਐਜ ਟੂ ਪ੍ਰੋਵਾਈਡ ਨੈਸੈਸਰੀ ਸੈਂਟਰੀਪੀਟਲ ਫੋਰਸ। ਤਾਂ ਇਹ ਕੁਐਸਚਨ ਆਉਂਦਾ ਹੁੰਦਾ ਵੀ ਇਹ ਬੇਸਿਕਲੀ ਕਿਹੜੀ ਫੋਰਸ ਅਪਲਾਈ ਕਰਨ ਦੇ ਨਾ, ਸੈਂਟਰੀਪੀਟਲ ਫੋਰਸ ਪ੍ਰੋਵਾਈਡ ਕਰਨ ਲਈ ਹੁੰਦਾ। ਟੂ ਟੇਕ ਅ ਸੇਫ ਟਰਨ ਇਜ਼ ਕਾਲਡ, ਤਾਂ ਇਸ ਨੂੰ, ਇਸ ਫਿਨੋਮੀਨਾ ਨੂੰ ਆਪਾਂ ਕੀ ਬੋਲਦੇ ਆ, ਬੈਂਕਿੰਗ ਆਫ ਰੋਡਸ ਬੋਲਦੇ ਆ। ਤਾਂ ਇਹ ਆਪਸ਼ਨ ਬੈਂਕਿੰਗ ਆਫ ਰੋਡਸ ਦੇ ਉੱਤੇ ਤੁਸੀਂ ਟਿਕ ਲਾ ਦੋਗੇ। ਤਾਂ ਬੈਂਕਿੰਗ ਆਫ ਰੋਡਸ ਦੇ ਵਿੱਚ ਆਪਾਂ ਜਦੋਂ ਟਰਨ ਕਰਨਾ ਹੁੰਦਾ ਰੋਡ ਨੂੰ, ਤਾਂ ਉਹਦਾ ਜਿਹੜਾ ਆਊਟਰ ਐਜ ਹੈਗਾ ਉਹ ਥੋੜਾ ਜਿਹਾ ਅਪ ਰੱਖਦੇ ਹੁੰਦੇ ਆ ਇਨਰ ਐਜ ਤੋਂ, ਤਾਂ ਜੋ ਆਪਾਂ ਇੱਕ ਸੈਂਟਰੀਪੀਟਲ ਫੋਰਸ ਪ੍ਰੋਵਾਈਡ ਕਰ ਸਕੀਏ ਤੇ ਕਾਰ ਹੈ ਜਿਹੜੀ ਇੱਕ ਈਜ਼ੀਲੀ ਤਰੀਕੇ ਨਾਲ ਟਰਨ ਕਰ ਸਕੇ। ਓਕੇ ਨੈਕਸਟ, ਹਾਂਜੀ, ਜੈਟ ਇੰਜਨ ਵਰਕਸ ਔਨ ਦੀ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ। ਤਾਂ ਬਹੁਤ ਹੀ ਫੇਮਸ ਕੁਐਸਚਨ, ਕਿੰਨੀ ਵਾਰ ਐਗਜ਼ਾਮ ਦੇ ਵਿੱਚ ਆਉਂਦਾ। ਜਿਹੜਾ ਆਪਣਾ ਜੈਟ ਇੰਜਨ ਹੈਗਾ ਇਹ ਆਪਣਾ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦੇ ਉੱਤੇ ਹੀ ਵਰਕ ਕਰਦਾ ਹੈਗਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਹ ਇੱਕ ਇੰਜਨ ਹੈਗਾ, ਤਾਂ ਜਿਵੇਂ ਹੀ ਅੰਦਰਲੇ ਪਾਸੇ ਇੰਜਨ ਦੇ ਆਪਣੇ ਫਿਊਲ ਬਰਨ ਕਰਦੇ ਤਾਂ ਗੈਸ ਹੀ ਨਿਚਲੇ ਬਾਹਰਲੇ ਪਾਸੇ ਨੂੰ ਨਿਕਲਦੀਆਂ ਹੁੰਦੀਆਂ ਨੇ, ਠੀਕ ਹੈ। ਤਾਂ ਉਹ ਜਿਹੜਾ ਬਾਹਰ ਨੀਚੇ ਨੂੰ ਨਿਕਲਦੇ ਨੇ ਗੈਸਿਸ, ਉਹ ਆਪਣੇ ਜੈਟ ਇੰਜਨ ਨੂੰ ਜਾਂ ਰੋਕਟ ਨੂੰ ਉੱਪਰਲੇ ਪਾਸੇ ਅੱਗੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਵਾਉਂਦੀਆਂ ਨੇ। ਤਾਂ ਇਹੀ ਕੀ ਹੈ ਮੇਨ ਆਪਣਾ ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ। ਓਕੇ, ਲੀਨੀਅਰ ਮੋਮੈਂਟਮ ਹੈ, ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ, ਲੀਨੀਅਰ ਮੋਮੈਂਟਮ। ਓਕੇ, ਤਾਂ ਇਹ ਸਾਰੀ ਐਕਸਪਲੇਨੇਸ਼ਨ ਦਿੱਤੀ ਹੋਈ ਹੈ। ਇਨ ਜੈਟ ਇੰਜਨਸ ਆ ਲਾਰਜ ਵੋਲਿਊਮ ਆਫ ਗੈਸਿਸ, large volume gases produced by combustion of fuels is allowed to escape through a jet in backward direction। ਤਾਂ ਜਿਹੜੇ ਗੈਸਿਸ ਨੇ ਬੈਕਵਰਡ ਡਾਇਰੈਕਸ਼ਨ 'ਚ ਮੂਵ ਕਰਦੀਆਂ ਨੇ ਡਿਊ ਟੂ ਦੀ ਵੈਰੀ ਹਾਈ ਸਪੀਡ ਔਰ ਵੈਲੋਸਿਟੀ ਦੀ ਬੈਕਵਰਡ ਰਸ਼ਿੰਗ ਗੈਸਿਸ ਹੈਵ ਅ ਲਾਰਜ ਮੋਮੈਂਟਮ। ਤਾਂ ਜਿਹੜੇ ਬਹੁਤ ਸਪੀਡ ਨਾਲ ਬਾਹਰ ਨਿਕਲ ਰਹੇ ਨੇ ਗੈਸਿਸ, ਤਾਂ ਉਹਨਾਂ ਕੋਲ ਲਾਰਜ ਮੋਮੈਂਟਮ ਹੋ ਜਾਂਦਾ। ਦੇ ਇੰਪਾਰਟ ਐਂਡ ਇਕੁਅਲ ਐਂਡ ਓਪੋਜ਼ਿਟ ਮੋਮੈਂਟਮ ਟੂ ਦੀ ਜੈਟ ਇੰਜਨ। ਤਾਂ ਉਹ ਇੰਪਾਰਟ ਕਰਨਗੇ ਇਕੁਅਲ ਤੇ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੋਮੈਂਟਮ ਉਹ ਇੰਪਾਰਟ ਕਰ ਦੇਣਗੇ, ਤਾਂ ਆਪਣਾ ਜੈਟ ਇੰਜਨ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਮੂਵ ਹੋ ਜਾਏਗਾ। ਓਕੇ ਨੈਕਸਟ, ਹਾਂਜੀ, ਗ੍ਰੈਵਿਟੇਸ਼ਨਲ ਫੋਰਸ ਇਜ਼ ਮੈਕਸਿਮਮ ਐਟ ਵਿਚ ਆਫ ਦੀ ਫੋਲੋਇੰਗ ਪਲੇਸ। ਤਾਂ ਗ੍ਰੈਵਿਟੇਸ਼ਨਲ ਫੋਰਸ ਹੈ ਜਿਹੜੀ ਮੈਕਸਿਮਮ ਹੁੰਦੀ ਹੈ ਬੇਟਾ ਪੋਲਸ ਦੇ ਉੱਤੇ ਮੈਕਸਿਮਮ ਹੁੰਦੀ ਹੈ। ਤਾਂ ਸਿੰਪਲ ਜਿਹਾ ਪਹਿਲਾਂ ਮੈਂ ਤੁਹਾਨੂੰ ਇੱਕ ਟ੍ਰਿਕ ਦੱਸ ਦਿੰਦਾ, ਪੋਲਸ ਤੇ ਇਕੁਏਟਰ ਦੇ ਟ੍ਰਿਕ ਲਾਉਣ ਨਾਲੋਂ ਤੁਸੀਂ ਬਸ ਇੰਨੀ ਗੱਲ ਯਾਦ ਰੱਖਿਓ, ਗ੍ਰੈਵਿਟੇਸ਼ਨਲ ਫੋਰਸ ਮੈਕਸਿਮਮ ਕਵੇ ਤਾਂ P ਫੋਰ ਪੀਕ, ਹੈ ਨਾ। ਪੀਕ ਮਤਲਬ ਕੀ ਹੁੰਦਾ, ਜ਼ਿਆਦਾ ਹੀ ਹੁੰਦਾ ਹੈ ਨਾ, ਕਾਫੀ ਮਤਲਬ ਜ਼ਿਆਦਾ ਇੰਕਰੀਜ਼। ਤਾਂ ਐਟ ਪੋਲਸ ਦੇ ਉੱਤੇ ਸਭ ਤੋਂ ਜ਼ਿਆਦਾ ਹੁੰਦੀ ਹੈ ਆਪਣੀ ਗ੍ਰੈਵਿਟੇਸ਼ਨਲ ਫੋਰਸ ਦੀ ਵੈਲਿਊ। ਕਿਉਂ ਹੁੰਦੀ ਹੈ, ਰੀਜ਼ਨ ਦੇਖੋ, ਐਕਸਪਲੇਨ ਮੈਂ ਕੀਤਾ ਹੋਇਆ, ਧਿਆਨ ਨਾਲ ਦੇਖੋ। ਸਿੰਸ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਇਜ਼ ਗਿਵਨ ਬਾਏ, ਗ੍ਰੈਵਿਟੀ ਦਾ ਫਾਰਮੂਲਾ G ਇਜ਼ ਇਕੁਅਲ ਟੂ ਕੈਪੀਟਲ G M ਅਪੋਨ R ਸਕੁਅਰ। ਤਾਂ ਕੈਪੀਟਲ G ਹੁੰਦਾ ਆਪਣਾ ਗ੍ਰੈਵਿਟੇਸ਼ਨਲ ਕੌਨਸਟੈਂਟ ਹੁੰਦਾ ਹੈ, M ਹੁੰਦਾ ਮਾਸ ਆਫ ਦੀ ਬੋਡੀ, ਤੇ R ਹੁੰਦਾ ਰੇਡੀਅਸ ਜਿਹੜਾ ਜਿਹਦੇ ਵਿਦ ਰਿਸਪੈਕਟ ਆਪਾਂ ਮੇਜ਼ਰਮੈਂਟ ਕਰ ਰਹੇ ਹਾਂ। ਤਾਂ ਰੇਡੀਅਸ ਫੋਰ ਇਕੁਏਟਰ ਹੁੰਦਾ 6378, ਤਾਂ ਰੇਡੀਅਸ ਫੋਰ ਪੋਲਸ 6356। ਤਾਂ ਤੁਹਾਨੂੰ ਪਤਾ ਡਿਨੋਮੀਨੇਟਰ ਦੇ ਵਿੱਚ ਰੇਡੀਅਸ ਹੈ, ਜੇ ਡਿਨੋਮੀਨੇਟਰ ਦੀ ਵੈਲਿਊ ਡਿਕਰੀਜ਼ ਹੋਏਗੀ ਤਾਂ ਆਹ ਵਾਲੀ ਉੱਪਰਲੀ ਵੈਲਿਊ ਇੰਕਰੀਜ਼ ਹੋ ਜਾਂਦੀ ਹੈ। ਤਾਂ ਤੁਹਾਨੂੰ ਪਤਾ ਪੋਲਸ ਦੀ ਵੈਲਿਊ ਘੱਟ ਹੋਣ ਕਰਕੇ, ਰੇਡੀਅਸ ਘੱਟ ਹੋਣ ਕਰਕੇ ਆ ਜਿਹੜੀ ਸਮੋਲ ਜੀ ਇੰਕਰੀਜ਼ ਹੋ ਜੂਗੀ। ਤਾਂ ਪੋਲਸ ਦੇ ਉੱਤੇ ਜੀ ਦੀ ਵੈਲਿਊ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ। ਓਕੇ, ਤਾਂ ਕਿਉਂਕਿ ਜੀ ਹੈ ਜਿਹੜਾ 1/r ਦੇ ਸਕੁਅਰ ਦੇ ਇਕੁਅਲ ਹੈਗਾ, ਆਰ ਸਕੁਅਰ ਜਿਹਦਾ ਘੱਟ ਹੋਏਗਾ, ਆਰ ਜਿਹਦਾ ਘੱਟ ਹੋਏਗਾ, ਜੀ ਉੱਥੇ ਵੈਲਿਊ ਕੀ ਹੋਏਗੀ, ਜ਼ਿਆਦਾ ਹੋਏਗੀ। ਓਕੇ, ਤਾਂ ਆਰ ਪੋਲਸ ਉੱਤੇ ਘੱਟ ਹੈਗਾ, ਦੈਟਸ ਵਾਈ ਉਹਦੇ ਉੱਤੇ ਜੀ ਦੀ ਵੈਲਿਊ ਕੀ ਹੈ, ਜ਼ਿਆਦਾ ਹੈਗੀ ਆ। ਓਕੇ ਨੈਕਸਟ, ਦੀ ਵਾਸ਼ਿੰਗ ਮਸ਼ੀਨ ਵਰਕਸ ਔਨ ਦੀ ਪ੍ਰਿੰਸੀਪਲ ਆਫ। ਜਿਹੜੀ ਆਪਣੇ ਘਰਾਂ ਵਿੱਚ ਵਾਸ਼ਿੰਗ ਮਸ਼ੀਨ ਚੱਲਦੀਆਂ ਨੇ ਉਹ ਕਿਸ ਪ੍ਰਿੰਸੀਪਲ 'ਤੇ ਵਰਕ ਕਰਦੀਆਂ ਨੇ। ਜੇ ਤੁਸੀਂ ਥੋੜ੍ਹੀ ਮਸ਼ੀਨ ਨੂੰ ਦੇਖਿਆ ਹੋਏਗਾ ਤਾਂ ਉਹ ਆਪਣੀ ਮੂਵ ਕਰਦੀ ਹੈਗੀ ਹੈ ਅੰਦਰਲਾ ਪਾਸਾ, ਅਤੇ ਉਹ ਅੰਦਰਲੇ ਪਾਸੇ ਦੇ ਸਾਈਡਾਂ ਦੇ ਉੱਤੇ ਨਾ ਪੋਰਸ ਜੇ ਹੁੰਦੇ ਨੇ, ਹੈ ਨਾ, ਉਹਦੇ 'ਚੋਂ ਫਿਰ ਪਾਣੀ ਥਰੋ ਹੁੰਦਾ ਰਹਿੰਦਾ ਹੁੰਦਾ। ਤਾਂ ਦਿਸ ਇਜ਼ ਅ ਸੈਂਟਰੀਫਿਊਗਲ ਫੋਰਸ। ਤਾਂ ਸੈਂਟਰੀਫਿਊਗਲ ਦੇ ਵਿੱਚ ਬਾਹਰ ਨੂੰ ਫੋਰਸ ਲੱਗਦੀ ਹੁੰਦੀ ਆ। ਓਕੇ, ਤਾਂ ਸੈਂਟਰੀਫਿਊਗੇਸ਼ਨ ਦੇ ਕਰਕੇ ਹੁੰਦਾ। ਤਾਂ ਡੀ ਆਪਸ਼ਨ ਸੈਂਟਰੀਫਿਊਗੇਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ। ਨੈਕਸਟ, ਵਾਈ ਦੀ ਕਲੀਅਰ ਨਾਈਟਸ ਆਰ ਕੂਲਰ ਦੈਨ ਕਲਾਊਡੀ ਨਾਈਟਸ। ਤਾਂ ਇਹ ਬਹੁਤ ਵਾਰ ਐਗਜ਼ਾਮ 'ਚ ਆਉਂਦਾ ਹੈ ਵੀ ਜਿਹੜਾ ਕਲੀਅਰ ਨਾਈਟਸ ਹੁੰਦੀਆਂ ਨੇ ਉਹ ਠੰਡੀਆਂ ਹੁੰਦੀਆਂ ਨੇ ਐਜ਼ ਕੰਪੇਅਰ ਟੂ ਕਲਾਊਡੀ ਨਾਈਟਸ। ਇਹਦਾ ਰੀਜ਼ਨ ਕਿਆ ਹੈ, ਰੇਡੀਏਸ਼ਨ ਕਰਕੇ। ਕਿਉਂਕਿ ਨਾ ਦੇਖੋ ਬਿਲਕੁਲ ਜੇ ਕਲੀਅਰ ਨਾਈਟ ਹੈ ਤਾਂ ਹੀਟ ਜਿਹੜੀ ਅਰਥ ਦੇ ਵਿੱਚ ਹੀਟ ਹੁੰਦੀ ਹੈ ਤਾਂ ਰਾਤ ਨੂੰ ਰਿਲੀਜ਼ ਕਰਕੇ ਈਜ਼ੀਲੀ ਉੱਪਰ ਨੂੰ ਚਲੀ ਜਾਂਦੀ ਹੈ ਅਤੇ ਹਵਾ ਦੇ ਚਲੀ ਜਾਂਦੀ ਹੁੰਦੀ, ਦੈਟਸ ਵਾਈ ਬਹੁਤ ਦੂਰ 'ਚ ਹੋਣ ਕਰਕੇ ਨਾਈਟ ਠੰਡੀਆਂ ਹੋ ਜਾਂਦੀਆਂ ਨੇ। ਬਟ ਜੇ ਕਲਾਊਡ ਹੋਵੇ ਤਾਂ ਜਦੋਂ ਹੀਟ ਰਿਲੀਜ਼ ਹੁੰਦੀ ਹੈ ਤਾਂ ਕਲਾਊਡ ਹੈ ਜਿਹੜਾ ਅੱਗੇ ਹੀਟ ਨੂੰ ਜਾਣ ਨਹੀਂ ਦਿੰਦਾ ਹੈਗਾ, ਨੇੜੇ ਹੀ ਰੱਖਦਾ ਹੁੰਦਾ ਅਰਥ ਦੇ ਸਰਫੇਸ ਦੇ ਹੀਟ ਕਲੈਕਟ ਹੋਈ ਜਾਂਦਾ, ਇਕੱਠੀ ਹੋਈ ਜਾਂਦੀ ਹੁੰਦੀ, ਜਿਸ ਦੇ ਕਰਕੇ ਜਿਹੜਾ ਕਲਾਊਡੀ ਨਾਈਟਸ ਨੇ ਥੋੜ੍ਹੀਆਂ ਗਰਮ ਹੁੰਦੀਆਂ ਨੇ ਐਜ਼ ਕੰਪੇਅਰ ਟੂ ਕਲੀਅਰ ਨਾਈਟਸ। ਦਾ ਐਕਸਪਲੇਨੇਸ਼ਨ ਗਿਵਨ ਹੈਗੀ ਹੈ।
ਤਾਂ ਕਹਿੰਦਾ ਕਲਾਊਡਸ ਆਰ ਮੇਡ ਅਪ ਆਫ ਟਾਈਨੀ ਡ੍ਰੌਪਲੇਟਸ ਆਫ ਲਿਕੁਇਡ ਵਾਟਰ, ਦੇ ਐਕਟ ਲਾਈਕ ਬਲੈਂਕਟਸ ਵਿਚ ਪ੍ਰੀਵੈਂਟ ਹੀਟ ਐਨਰਜੀ, ਬਲੈਂਕਟਸ ਦੀ ਤਰ੍ਹਾਂ ਐਕਟ ਕਰਦੇ ਨੇ ਜਿਹੜੇ ਰੋਕਦੇ ਨੇ ਹੀਟ ਐਨਰਜੀ ਨੂੰ, stored in the air and soil from leaving the earth in the form of infrared radiation। ਤਾਂ ਓਕੇ, ਤਾਂ ਮਤਲਬ ਲੀਵ ਕਰਨ ਤੋਂ ਮਤਲਬ ਪ੍ਰੀਵੈਂਟ ਕਰਦੇ ਨੇ ਜਿਹਦੇ ਕਰਕੇ ਗਰਮੀ ਥੋੜੀ ਜੀ ਹੋ ਜਾਂਦੀ ਹੁੰਦੀ ਆ। ਓਕੇ ਨੈਕਸਟ, ਵਟ ਟਾਈਪ ਆਫ ਫੋਰਸ ਔਨ ਅ ਕਾਰ ਮੂਵਿੰਗ ਅਰਾਊਂਡ ਅ ਕਰਵ। ਤਾਂ ਜਦੋਂ ਕੋਈ ਕਰਵ ਦੇ ਦੌਰਾਨ ਕਾਰ ਮੂਵ ਕਰਦੇ ਆ ਤਾਂ ਉੱਥੇ ਆਪਾਂ ਨੂੰ ਕਿਹੜੀ ਫੋਰਸ ਦੀ ਨੀਡ ਹੁੰਦੀ ਹੈ, ਤਾਂ ਉੱਥੇ ਆਪਾਂ ਨੂੰ ਸੈਂਟਰੀਪੀਟਲ ਫੋਰਸ ਦੀ ਨੀਡ ਪੈਂਦੀ ਹੈ। ਮੈਂ ਤੁਹਾਨੂੰ ਦੱਸਿਆ ਬੈਂਕਿੰਗ ਆਫ ਰੋਡਸ ਆਪਾਂ ਤਾਂ ਹੀ ਕਰਦੇ ਹੁੰਦੇ ਹਾਂ ਵੀ ਆਪਾਂ ਇੱਕ ਐਪਰੋਸ਼ੀਏਟ ਵੈਲਿਊ ਸੈਂਟਰੀਪੀਟਲ ਫੋਰਸ ਦੀ ਪ੍ਰੋਵਾਈਡ ਕਰ ਸਕੀਏ। ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ, ਦੀ ਕਾਈਨੈਟਿਕ ਐਨਰਜੀ ਡਿਪੈਂਡਸ ਔਨ, ਜੇ ਤੁਹਾਨੂੰ ਕਾਈਨੈਟਿਕ ਐਨਰਜੀ ਦਾ ਫਾਰਮੂਲਾ ਪਤਾ ਹੋਵੇ ਤਾਂ ਕਾਈਨੈਟਿਕ ਐਨਰਜੀ ਕੀ ਹੁੰਦੀ ਹੈ, ਹਾਫ ਐਮ ਵੀ ਸਕੇਅਰ ਹੁੰਦੀ ਹੈ। ਤਾਂ ਐਮ ਉਰੇ ਕੀ ਹੈ, ਮਾਸ ਤੇ ਵੀ ਕੀ ਹੈ, ਆਪਣਾ ਵੈਲੋਸਿਟੀ। ਤਾਂ ਮਾਸ ਤੇ ਵੈਲੋਸਿਟੀ ਦੋਹਾਂ ਉੱਤੇ ਡਿਪੈਂਡ ਕਰਦੀ ਹੈ, ਤਾਂ ਬੋਥ ਮਾਸ ਐਂਡ ਵੈਲੋਸਿਟੀ ਆਫ ਦੀ ਮੂਵਿੰਗ ਬੋਡੀ। ਤਾਂ ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ। ਮੈਂ ਲਿਖਿਆ ਹੋਇਆ ਹੈ ਵੀ ਕਾਈਨੈਟਿਕ ਐਨਰਜੀ ਹਾਫ ਐਮ ਵੀ ਸਕੇਅਰ ਹੁੰਦੀ ਹੈ, ਐਮ ਮਾਸ ਹੁੰਦਾ ਤੇ ਵੀ ਕੀ ਹੁੰਦੀ ਹੈ, ਵੈਲੋਸਿਟੀ ਹੁੰਦੀ ਹੈ। ਓਕੇ ਨੈਕਸਟ, ਹੂ ਗੇਵ ਦੀ ਲਾ ਆਫ ਗ੍ਰੈਵੀਟੇਸ਼ਨ। ਤਾਂ ਸਭ ਤੋਂ ਪਹਿਲਾਂ ਲਾ ਆਫ ਗ੍ਰੈਵੀਟੇਸ਼ਨ ਕਿਸ ਪਰਸਨ ਨੇ ਦਿੱਤਾ ਸੀਗਾ, ਤਾਂ ਸਭ ਤੋਂ ਪਹਿਲਾਂ ਲਾ ਆਫ ਗ੍ਰੈਵੀਟੇਸ਼ਨ ਇਸਾਕ ਨਿਊਟਨ ਨੇ ਦਿੱਤਾ ਸੀਗਾ। ਤਾਂ ਡੀ ਆਪਸ਼ਨ ਇਸਾਕ ਨਿਊਟਨ ਦੇ ਉੱਤੇ ਤੁਸੀਂ ਟਿਕ ਲਾਓਗੇ। ਹਾਂਜੀ ਨੈਕਸਟ, ਵੈਨ ਐਨ ਆਬਜੈਕਟ ਇਜ਼ ਟਰਾਂਸਫਰਡ ਫਰੋਮ ਅਰਥ ਟੂ ਮੂਨ। ਤਾਂ ਜਦੋਂ ਕੋਈ ਆਬਜੈਕਟ ਆਪਾਂ ਅਰਥ ਤੋਂ ਚੱਕ ਕੇ ਮੂਨ ਤੇ ਲੈ ਕੇ ਜਾਂਦੇ ਤਾਂ ਕੀ ਹੁੰਦਾ। ਦੇਖੋ ਬੇਟਾ, ਚਾਹੇ ਕੋਈ ਆਬਜੈਕਟ ਅਰਥ ਤੇ ਰਹੇ ਚਾਹੇ ਕੋਈ ਆਬਜੈਕਟ ਮੂਨ ਤੇ, ਮਾਸ ਦੇ ਉੱਤੇ ਮਤਲਬ ਮਾਸ ਜਿਹੜਾ ਵਜਨ ਹੁੰਦਾ ਉਸਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਹੈਗਾ, ਨਾ ਮਾਸ ਇੰਕਰੀਜ਼ ਕਰੇ ਨਾ ਮਾਸ ਡਿਕਰੀਜ਼ ਕਰੇ। ਤਾਂ ਦੋ ਆਪਸ਼ਨ ਦਾ ਹੋ ਗਿਆ ਗਲਤ। ਹੁਣ ਵੇਟ ਇੰਕਰੀਜ਼ ਕਰੂਗਾ ਜਾਂ ਡਿਕਰੀਜ਼ ਕਰੂਗਾ ਉਹ ਦੇਖਦਾ। ਤਾਂ ਵੇਟ ਜਿਹੜਾ ਹੁੰਦਾ ਬੇਸਿਕਲੀ ਇੱਕ ਫੋਰਸ ਹੀ ਹੁੰਦੀ ਹੈ ਵੇਟ ਵੀ, ਤਾਂ ਉਹ ਮਾਸ ਇਨਟੂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੁੰਦੀ ਹੈ। ਓਕੇ, ਤਾਂ ਤੁਹਾਨੂੰ ਪਤਾ ਹੈ ਜੇ ਤੁਹਾਨੂੰ ਪੜ੍ਹਿਆ ਹੋਇਆ ਹੈਗਾ ਮੂਨ ਦੇ ਉੱਤੇ ਜੀ ਦੀ ਵੈਲਿਊ 1/6 ਆਫ ਜੀ ਆਫ ਅਰਥ, ਤਾਂ ਮਤਲਬ ਘੱਟ ਹੁੰਦੀ ਹੈ, 1/6ਵਾਂ ਹਿੱਸਾ ਹੁੰਦਾ ਹੈ। ਤਾਂ ਜੇ ਮੂਨ ਦੇ ਉੱਤੇ ਜੀ ਦੀ ਵੈਲਿਊ 1/6ਵਾਂ ਹਿੱਸਾ ਹੋ ਗਈ ਤਾਂ ਜਿਹੜਾ ਵੇਟ ਹੋਏਗਾ ਉਹ ਵੀ 1/6ਵਾਂ ਹਿੱਸਾ ਹੋ ਜਾਏਗਾ, ਤਾਂ ਮਤਲਬ ਡਿਕਰੀਜ਼ ਹੋ ਜਾਏਗਾ, ਤਾਂ ਇਟਸ ਵੇਟ ਡਿਕਰੀਜ਼ਿਸ। ਤਾਂ ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ, ਦੀ ਸਪਰਿੰਗ ਬੈਲੈਂਸ ਵਰਕਸ ਔਨ ਦੀ ਪ੍ਰਿੰਸੀਪਲ ਆਫ, ਜਿਹੜਾ ਸਪਰਿੰਗ ਬੈਲੈਂਸ ਹੁੰਦਾ ਭਾਰ ਤੋਲਣ ਵਾਲਾ ਕੁਝ ਇਸ ਤਰੀਕੇ ਨਾਲ, ਇੱਕ ਫਿਕਸਡ ਪੁਆਇੰਟ ਹੁੰਦਾ ਤਾਂ ਇਸ ਤਰੀਕੇ ਨਾਲ ਐਵੇਂ ਜੇ ਲਮਕਾਇਆ ਹੁੰਦਾ, ਉਰੇ ਹੁੱਕ ਜੀ ਹੁੰਦੀ ਹੈ ਇੱਕ, ਤਾਂ ਉਰੇ ਜੇ ਹੁੱਕ ਨਾਲ ਸਪਰਿੰਗ ਬੈਲੈਂਸ ਵਜਨ ਤੋਲਦੇ ਹਾਂ ਤਾਂ ਉਹ ਆਪਣਾ ਹੁਕਸ ਲਾਅ ਦੇ ਉੱਤੇ ਵਰਕ ਕਰਦਾ ਹੁੰਦਾ। ਤਾਂ ਹੁਕਸ ਲਾਅ, ਤਾਂ ਹੁੱਕ ਜੀ ਮੈਂ ਵਰਡ ਕਰਦਾ ਤਾਂ ਹੁਕਸ ਲਾਅ ਦੇ ਉੱਤੇ ਵਰਕ ਕਰਦਾ ਹੁੰਦਾ ਆਪਣਾ ਸਪਰਿੰਗ ਬੈਲੈਂਸ। ਤਾਂ ਇਸ ਦੇ ਨਾਲ ਅੱਜ ਦਾ ਸੈਸ਼ਨ ਆਪਣਾ ਕੰਪਲੀਟ ਹੋਇਆ। ਥੈਂਕਸ ਯੂ ਐਵਰੀਵਨ ਫॉर ਵਾਚਿੰਗ ਮਾਈ ਵੀਡੀਓ। ਤਾਂ ਹੋਪ ਕਰਦਾ ਤੁਹਾਨੂੰ ਬਹੁਤ ਅੱਛੀ ਐਕਸਪਲੇਨੇਸ਼ਨ ਲੱਗ ਰਹੀ ਹੋਗੀ। ਤਾਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਰਿਹਾ ਕਰੋ ਅਤੇ ਕਮੈਂਟ ਕਰਦੇ ਰਿਹਾ ਕਰੋ ਵੀ ਤਾਂ ਜੋ ਵੱਧ ਤੋਂ ਵੱਧ ਬੱਚੇ ਆਪਣੇ ਇਸ ਚੈਨਲ ਦੇ ਨਾਲ ਜੁੜ ਸਕਣ ਅਤੇ ਉਹਨਾਂ ਨੂੰ ਇੱਕ ਅੱਛੀ ਇਨਫੋਰਮੇਸ਼ਨ ਮਿਲ ਸਕੇ। ਥੈਂਕ ਯੂ ਐਵਰੀਵਨ ਫॉर ਵਾਚਿੰਗ ਮਾਈ ਵੀਡੀਓ।